ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 4 ਅਕਤੂਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੋਂ ਪਹਿਲਾਂ ਕਾਊਂਟਡਾਊਨ 56 ਡੇਜ਼ 56 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਅਹਿਮ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੋ, ਸਾਡੇ ਬਹੁਤ ਹੀ ਪਿਆਰੇ ਸੱਜਣ ਮਿੱਤਰ ਤਾਰਿਕ ਮਤੀਨ ਸਾਹਿਬ, ਉਹਨਾਂ ਦਾ ਫੁੱਲਾਂ ਵਰਗਾ ਪੁੱਤਰ ਮੁਸਤਫਾ ਤਾਰਿਕ, ਉਹਦੀ ਵਫਾਤ ਹੋਈ ਹੈ। ਕੋਈ 14-15 ਸਾਲ ਉਮਰ ਸੀ ਮੁਸਤਫਾ ਦੀ। ਮੁਸਤਫਾ ਨੂੰ 11 ਸਾਲ ਦੀ ਉਮਰ ਦੇ ਵਿੱਚ ਲਿਵਰ ਕੈਂਸਰ ਹੋਇਆ ਸੀ। ਅਤੇ ਬਿਲਕੁਲ ਵੈਸੇ ਤਾਂ ਬੱਚੇ ਫੁੱਲਾਂ ਵਰਗੇ ਹੀ ਹੁੰਦੇ ਨੇ, ਲੇਕਿਨ ਮੁਸਤਫਾ ਮਾਸ਼ਾਅੱਲਾ ਬਹੁਤ ਹੀ ਪਿਆਰਾ ਸੀ। ਔਰ ਤਾਰਿਕ ਮਤੀਨ ਸਾਹਿਬ ਨੇ ਪੂਰਾ ਜ਼ੋਰ ਲਾਇਆ। ਮੈਂ ਪਹਿਲਾਂ ਵੀ ਤੁਹਾਨੂੰ ਦੱਸਦਾ ਰਹਿੰਦਾ ਕਿ ਕੈਂਸਰ ਇੱਕ ਇਹੋ ਜਿਹੀ ਮੂਜ਼ੀ ਮਰਜ਼ ਹੈ ਕਿ ਜਦੋਂ ਇਹ ਹੁੰਦਾ ਹੈ ਤਾਂ ਅਸਲ ਦੇ ਵਿੱਚ ਇਹ ਪੂਰੇ ਟੱਬਰ ਨੂੰ ਹੀ ਹੁੰਦਾ ਹੈ, ਇੱਕ ਮਰੀਜ਼ ਨੂੰ ਨਹੀਂ ਹੁੰਦਾ, ਕਿਉਂਕਿ ਇਹ ਏਡਾ ਵੱਡਾ ਸਾਨਿਆ ਹੁੰਦਾ ਕਿ ਇਹਦੇ ਨਾਲ ਲੜਨਾ ਜਿਹੜਾ ਉਹ ਸੌਖਾ ਕੰਮ ਨਹੀਂ। ਬਹਰਹਾਲ ਇਸ ਬੱਚੇ ਨੇ ਖੂਬ ਲੜਾਈ ਕੀਤੀ, ਮੁਸਤਫਾ ਤਾਰਿਕ ਨੇ, ਔਰ ਜ਼ਾਹਿਰ ਹੈ ਤਾਰਿਕ ਸਾਹਿਬ ਨੇ ਵੀ, ਉਹਨਾਂ ਦੇ ਪੂਰੇ ਅਹਿਲੇ ਖਾਨਾ ਨੇ, ਅਤੇ ਲੇਕਿਨ ਬੱਚਾ ਜਾਂਬਰ ਨਾ ਹੋ ਸਕਿਆ। 11 ਸਾਲ ਦੀ ਉਮਰ 'ਚ ਹੋਇਆ ਸੀ, ਹੁਣ ਕੋਈ 15-16 ਸਾਲ ਉਮਰ ਸੀ ਬੱਚੇ ਦੀ, ਔਰ ਬੱਚਾ ਅੱਲਾ ਨੂੰ ਪਿਆਰਾ ਹੋ ਗਿਆ। ਮੁਸਤਫਾ ਜਿਹੜਾ ਉਹ ਸਾਡੇ ਵਿੱਚ ਨਹੀਂ ਰਿਹਾ। ਤਾਰਿਕ ਸਾਹਿਬ ਸਾਫੀ ਵੀ ਨੇ, ਸਾਡੇ ਦੋਸਤ ਵੀ ਨੇ, ਔਰ ਇਸ ਲਈ ਵੀ ਤਕਲੀਫ ਜ਼ਿਆਦਾ ਹੈ ਕਿ ਤਾਰਿਕ ਸਾਹਿਬ ਦੇ ਪਹਿਲੇ ਜਵਾਨ ਭਾਈ ਦੀ ਵੀ ਵਫਾਤ ਹੋਈ ਹੈ। ਉਹ ਗਮ ਜਿਹੜਾ ਸੀ, ਉਹ ਤਕਲੀਫ ਜਿਹੜੀ ਸੀ, ਉਹ ਵੀ ਹਜੇ ਤੱਕ ਤਾਰਿਕ ਸਾਹਿਬ ਦੇ ਚਿਹਰੇ ਦੇ ਉੱਤੇ, ਉਹਨਾਂ ਦੀਆਂ ਗੱਲਾਂ ਦੇ ਵਿੱਚ, ਉਹਨਾਂ ਦੀ ਆਵਾਜ਼ ਦੇ ਵਿੱਚ ਉਹ ਹਜੇ ਤੱਕ ਮਹਿਸੂਸ ਹੁੰਦੀ ਸੀ। ਹੁਣ ਇਹ ਭਰਾਵਾਂ ਵਰਗਾ ਹੀ ਪੁੱਤਰ ਹੈ, ਕਿਉਂਕਿ 15 ਸਾਲ ਦਾ ਬੱਚਾ ਜਿਹੜਾ ਉਹ ਵੀ ਇੱਕ ਤੁਹਾਡੀ ਮਾਂ ਬਣ ਚੁੱਕਿਆ ਹੁੰਦਾ, ਤੁਹਾਡਾ ਬਾਜ਼ੂ ਬਣ ਚੁੱਕਿਆ ਹੁੰਦਾ। ਉਹਦੇ ਵਿੱਚ ਤਾਰਿਕ ਸਾਹਿਬ ਨੇ ਇਸ ਬੱਚੇ ਨੂੰ ਖੋਇਆ, ਅਤੇ ਤਾਰਿਕ ਸਾਹਿਬ, ਉਹਨਾਂ ਦੀ ਬੇਗਮ ਸਾਹਿਬਾ, ਉਹਨਾਂ ਦੇ ਬਾਕੀ ਅਹਿਲੇ ਖਾਨਾ ਨਾਲ ਸਾਡੀ ਬੜੀ ਤਾਜ਼ੀਅਤ, ਬੜਾ ਪਿਆਰ, ਬੜੀ ਫਾਤਿਹਾ, ਔਰ ਬੜੀ ਮੈਨੂੰ ਤਕਲੀਫ ਦੀ ਗੱਲ ਹੈ। ਲੇਕਿਨ ਇਹਦੇ ਤੋਂ ਵੀ ਜ਼ਿਆਦਾ ਤਕਲੀਫ ਦੀ ਗੱਲ ਜਿਹੜੀ ਮੈਨੂੰ ਪੜ੍ਹਨ ਦੇ ਵਿੱਚ ਮਿਲੀ, ਗੋਂਦਲ ਸਾਹਿਬ ਨੇ ਇੱਕ ਟਵੀਟ ਕੀਤਾ, ਉਹਨਾਂ ਦੱਸਿਆ ਕਿ ਉਹਨਾਂ ਨੇ ਤਾਰਿਕ ਸਾਹਿਬ ਨੂੰ ਅਫਸੋਸ ਦਾ ਜਿਸ ਵੇਲੇ ਮੈਸੇਜ ਕੀਤਾ, ਅਤੇ ਸ਼ਾਮੀ ਤਾਰਿਕ ਸਾਹਿਬ ਨੇ ਉਹਨਾਂ ਨੂੰ ਜਵਾਬ ਦਿੱਤਾ, ਔਰ ਇਹ ਦੱਸਿਆ ਕਿ ਯਾਰ ਸੌਰੀ, ਮੈਂ ਤੁਹਾਨੂੰ ਤੁਹਾਡੇ ਅਫਸੋਸ ਦੇ ਉੱਤੇ ਵਕਤ ਦੇ ਉੱਤੇ ਰਿਸਪੌਂਡ ਨਹੀਂ ਕਰ ਸਕਿਆ। ਅਸਲ ਦੇ ਵਿੱਚ ਕੱਲ੍ਹ ਜਨਾਜ਼ੇ 'ਤੇ ਕਿਸੇ ਨੇ ਮੇਰੀ ਜੇਬ 'ਚੋਂ ਮੇਰਾ ਮੋਬਾਈਲ ਫੋਨ ਕੱਢ ਲਿਆ। ਹੁਣ ਇਹੋ ਜਿਹੀ ਸੂਰਤ ਹਾਲ ਸੀ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਇਹਦੇ 'ਤੇ ਮੈਂ ਕੀ ਤਜਜ਼ੀਆ ਕਰਾਂ, ਮਹਿਸੂਸ ਕੀ ਕਰਾਂ, ਗੱਲ ਕੀ ਕਰਾਂ। ਮਤਲਬ ਗੌਰ ਕਰੋ ਕਿ ਇਹ ਇਕਲੌਤਾ ਹੀ ਬੇਟਾ ਸੀ ਤਾਰਿਕ ਸਾਹਿਬ ਦਾ, ਮੁਸਤਫਾ ਤਾਰਿਕ। ਪਹਿਲਾਂ ਤਾਂ ਇਹ ਜਨਾਜ਼ਾ ਬੜਾ ਹੀ ਭਾਰਾ ਹੁੰਦਾ ਹੈ, ਬੱਚਿਆਂ ਦਾ ਜਨਾਜ਼ਾ। ਜਿਹੜੇ ਵੀ ਬੱਚਿਆਂ ਵਾਲੇ ਨੇ ਉਸ ਗੱਲ ਨੂੰ ਸਮਝ ਸਕਦੇ ਨੇ, ਜਿਹੜੇ ਨਹੀਂ ਨੇ ਉਹ ਵੀ ਸਮਝ ਸਕਦੇ ਨੇ। ਸੋਚੋ ਇੱਕ ਪਿਓ ਦੀ ਕਿ ਉਹ ਇੱਕ ਬੱਚਾ ਜਿਹੜਾ ਪਿਛਲੇ 4-5 ਸਾਲ ਤੋਂ ਕਿੱਡੀ ਤਕਲੀਫ 'ਚ ਹੋਏਗਾ। ਲਿਵਰ ਕੈਂਸਰ ਕੋਈ ਆਸਾਨੀ ਦਾ ਕੰਮ ਤਾਂ ਹੈ ਨਹੀਂ ਸੀ। ਮਤਲਬ ਉਹ ਇੱਕ ਜ਼ਿੰਦਗੀ ਤਾਂ ਸੀ ਬੱਚੇ ਦੀ, ਲੇਕਿਨ ਉਹ ਜ਼ਿੰਦਗੀ ਵੀ ਇੱਕ ਮੁਖਤਲਿਫ ਜ਼ਿੰਦਗੀ ਸੀ। ਇਹੋ ਜਿਹੀ ਜ਼ਿੰਦਗੀ ਤਾਂ ਨਹੀਂ ਸੀ ਜਿਹੋ ਜਿਹੀ ਅਸੀਂ ਜ਼ਿੰਦਗੀ ਜੀ ਰਹੇ ਹਾਂ, ਜਿਹਦੇ 'ਤੇ ਅਸੀਂ ਕਈ ਵਾਰੀ ਅੱਲਾ ਦਾ ਸ਼ੁਕਰ ਵੀ ਅਦਾ ਨਹੀਂ ਕਰਦੇ। ਬਹਰਹਾਲ ਉਸ ਸਾਰੇ 'ਚੋਂ ਗੁਜ਼ਰ ਕੇ ਉਹ ਪਿਓ ਜਿਹੜਾ ਆਪਣੇ ਪੁੱਤਰ ਨੂੰ ਉਹਦੀ ਵਫਾਤ ਤੋਂ ਬਾਅਦ ਦਫਨ ਕਰਨ ਜਾ ਰਿਹਾ ਹੈ, ਅਤੇ ਕਿਸੇ ਬਦਬਖਤ ਨੂੰ ਉੱਥੇ ਵੀ ਸ਼ਰਮ ਨਾ ਆਈ। ਇਹੋ ਜਿਹੀ ਅਸੀਂ ਕੌਮ ਬਣ ਚੁੱਕੇ ਹਾਂ। ਮੇਰੀ ਸਮਝ ਤੋਂ ਬਾਹਰ ਹੈ ਕਿ ਉਹ ਕਿਹੜਾ ਬਗੈਰਤ ਸੀ, ਕਿਹੜਾ ਬਦਬਖਤ ਸੀ। ਇਹ ਜਨਾਜ਼ਿਆਂ 'ਚ ਅਕਸਰ ਇਹ ਕੰਮ ਹੁੰਦਾ, ਜੇਬਾਂ 'ਚ ਬਟੂਏ ਕੱਢਦੇ ਨੇ, ਫੋਨ ਕੱਢਦੇ ਨੇ, ਵੱਖੀ ਵਾਲੀ ਜੇਬ 'ਚ ਲੋਕਾਂ ਨੇ ਪਾਏ ਹੁੰਦੇ ਨੇ, ਕਿਉਂਕਿ ਇੱਕ ਐਸਾ ਮੈਨੂੰ ਦੱਸੋ ਵੀ ਤਾਰਿਕ ਨੂੰ ਉਸ ਵੇਲੇ ਕੀ ਸਮਝ ਹੈ ਵੀ ਮੈਂ ਕਿੱਥੇ ਫੋਨ ਪਾਉਣਾ ਅਤੇ ਕਿੱਥੇ ਰੱਖਣਾ। ਉਹ ਤਾਂ ਦਲੇਰ ਹੈ, ਕੋਈ ਹੋਰ ਹੋਵੇ ਤਾਂ ਪਤਾ ਨਹੀਂ ਆਪਣੇ ਆਪ ਨੂੰ ਚੁੱਕ ਕੇ ਕਿਵੇਂ ਤੁਰੇ। ਉਹ ਤਾਂ ਬੜੀ ਹਿੰਮਤ ਹੈ ਤਾਰਿਕ ਦੀ ਕਿ ਉਹ ਫਿਰ ਵੀ ਤੁਰਿਆ ਫਿਰਦਾ, ਔਰ ਉਹਨੇ ਆਪਣੇ ਆਪ ਨੂੰ ਸਾਂਭ ਕੇ ਅਤੇ ਇਸ ਮਰਹਲੇ 'ਚੋਂ ਆਪਣੇ ਅਤੇ ਆਪਣੇ ਖਾਨਦਾਨ ਨੂੰ ਕਿਸੇ ਤਰੀਕੇ ਨਾਲ ਨਜਿੱਠ ਰਿਹਾ। ਬਹਰਹਾਲ ਸ਼ਰਮਿੰਦਾ ਸੀ ਕਿ ਉਹਨਾਂ ਦੇ ਨਾਲ ਇਹ ਸਾਰਾ ਕੁਝ ਹੋਇਆ, ਔਰ ਦੁਆ ਕਰਾਂਗੇ ਕਿ ਸ਼ਾਲਾ ਕਿਸੇ ਦੁਸ਼ਮਣ ਨਾਲ ਵੀ ਇਹ ਕੰਮ ਨਾ ਹੋਵੇ ਕਿ ਜਿਸ ਤਰ੍ਹਾਂ ਉਹਨਾਂ ਦੇ ਬੱਚੇ ਦੀ ਜ਼ਿੰਦਗੀ ਗਈ ਹੈ, ਕਿਸੇ ਤਰ੍ਹਾਂ ਜਾਵੇ। ਇਹ ਬੜਾ ਵੱਡਾ ਦੁੱਖ ਹੈ, ਬੜਾ ਵੱਡਾ ਗਮ ਹੈ। ਇਹਦੇ 'ਤੇ ਮੈਂ ਬਸ ਇੰਨਾ ਹੀ ਕਹਿ ਸਕਦਾ। ਅੱਗੇ ਚੱਲਣੇ ਜੀ, ਜਿਹੜੀ ਅਗਲੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ, ਉਹ ਪੀਪਲਸ ਪਾਰਟੀ ਤੇ ਨੂਨ ਲੀਗ ਦੀ ਹੈ। ਇਸ ਵੇਲੇ ਨੂਰਾ ਕੁਸ਼ਤੀ ਅਰੂਜ 'ਤੇ। ਇਹ ਨਵਾਂ ਸਕ੍ਰਿਪਟ ਦਿੱਤਾ ਗਿਆ ਫੀਲਡ ਮਾਰਸ਼ਲ ਸਾਹਿਬ ਔਰ ਉਹਨਾਂ ਦੇ ਸਾਥੀਆਂ ਵੱਲੋਂ। ਮਰੀਮ ਨਵਾਜ਼ ਸਾਹਿਬਾ ਔਰ ਉਹਨਾਂ ਦੇ ਸਾਥੀਆਂ ਨੂੰ ਦੱਸਿਆ ਗਿਆ ਵੀ ਤੁਹਾਡੀ ਸਿਆਸਤ ਖਤਮ ਹੋ ਗਈ, ਹੁਣ ਕੋਈ ਤਰੀਕਾ ਨਹੀਂ, ਕੋਈ ਡਿਵੈਲਪਮੈਂਟ, ਕੋਈ ਹੋਰ ਤਰੀਕਾ ਨਹੀਂ ਹੈ ਸਿਆਸਤ ਕਰਨ ਦਾ। ਜਦੋਂ ਸਾਰੇ ਤਰੀਕੇ ਮੁੱਕ ਜਾਣ, ਉਦੋਂ ਦੋ ਤਰੀਕੇ ਇਸਤੇਮਾਲ ਹੁੰਦੇ ਨੇ, ਜਾਂ ਕੌਮੀਅਤ ਦਾ ਤਰੀਕਾ ਇਸਤੇਮਾਲ ਹੁੰਦਾ ਹੈ, ਜਾਂ ਮਜ਼ਹਬ ਦਾ। ਮਜ਼ਹਬ ਵਾਲਾ ਵੀ ਇਹਨਾਂ ਦੇ ਇੱਥੋਂ ਚਲਾ ਗਿਆ, ਜੋ ਇਹਨਾਂ ਨੇ 20 ਨਕਾਤੀ 'ਚ ਕੀਤਾ ਜਾ ਕੇ ਉੱਥੇ ਸਦਰ ਟਰੰਪ ਦੇ ਨਾਲ ਪਹਿਲੇ ਦਿਨ ਤੋਂ ਇਹਨਾਂ ਨੇ ਹਾਂ ਛਾਹ ਮਿਲਾ ਲਈ, ਜਾਂ ਤਾਂ ਫਿਰ ਇਹਨਾਂ ਦੇ ਵਿੱਚ ਇੰਨੀ ਹਿੰਮਤ ਹੁੰਦੀ ਵੀ ਆ ਕੇ ਆਂਦੇ ਵੀ ਹਾਂ ਅਸੀਂ ਕੀਤਾ ਹੈ। ਪਹਿਲੇ ਦਿਨ ਆਖਿਆ ਵੀ, ਯਾਦ ਕਰੋ ਕਿ ਇਸਾਕ ਡਾਰ ਸਾਹਿਬ ਨੇ ਆ ਕੇ ਆਖਿਆ ਵੀ ਹਾਂ ਇਹ ਕੰਮ ਅਸੀਂ ਕੀਤਾ ਹੈ, ਔਰ ਅਸੀਂ ਅੱਲਾ ਦੀ ਰਜ਼ਾ ਵਾਸਤੇ ਕੀਤਾ, ਉਹਦਾ ਪੂਰਾ ਕ੍ਰੈਡਿਟ ਲਿਆ। ਆਖਿਆ ਵੀ ਪਹਿਲੇ ਦਿਨ ਤੋਂ ਅਸੀਂ ਇਹਦੇ ਵਿੱਚ ਸ਼ਾਮਿਲ ਸਾਂ, ਕਤਰ ਦੀ ਅੰਬੈਸੀ ਦੇ ਵਿੱਚ ਇਹਦੀਆਂ ਮੁਲਾਕਾਤਾਂ ਹੁੰਦੀਆਂ ਸਨ, ਅਤੇ ਅਸੀਂ ਇਹਨੂੰ ਮੁਕੰਮਲ ਓਨ ਕਰਦੇ, ਔਰ ਬਲਕਿ ਆਖਿਆ ਵੀ ਅੱਲਾ ਦੀ ਰਜ਼ਾ ਲਈ ਕੀਤਾ, ਔਰ ਉੱਥੇ ਜਾਨਾਂ ਜਾ ਰਹੀਆਂ ਸਨ, ਅਤੇ ਅਸੀਂ ਇਸ ਸਾਰੇ ਕੰਮ ਨੂੰ ਬਚਾਇਆ। ਇਹਨਾਂ ਨੇ ਕੀਤਾ। ਹੁਣ ਉਹੀ ਇਸਾਕ ਡਾਰ ਸਾਹਿਬ ਜਿਹੜੇ ਨੇ ਪਾਰਲੀਮੈਂਟ ਦੇ ਫਲੋਰ 'ਤੇ ਆ ਕੇ ਕਹਿੰਦੇ ਨੇ ਵੀ ਨਹੀਂ, ਇਹ ਹੈ ਸਾਡੇ ਵਾਲੇ 20 ਪੁਆਇੰਟ ਨਹੀਂ ਹੈ, ਸਾਡੇ ਨਾਲ ਧੋਖਾ ਕੀਤਾ ਗਿਆ, ਸਾਡੇ ਨਾਲ ਫਰਾਡ ਕੀਤਾ ਗਿਆ, ਉਹ ਪੁਆਇੰਟ ਚੇਂਜ ਕਰ ਦਿੱਤੇ ਗਏ ਨੇ, ਅਸੀਂ ਇਹਨਾਂ ਨੂੰ ਇੰਡੋਰਸ ਨਹੀਂ ਕੀਤਾ। ਹਾਲਾਂਕਿ ਸਦਰ ਟਰੰਪ ਬਾਰ-ਬਾਰ ਆਂਦਾ ਵੀ ਨਹੀਂ, ਇਹ ਪਹਿਲੇ ਦਿਨ ਤੋਂ ਸ਼ਾਮਿਲ ਸਨ, ਅਤੇ ਇਹਨਾਂ ਤਮਾਮ ਪੁਆਇੰਟਸ ਦੇ ਉੱਤੇ ਇਹਨਾਂ ਦੇ ਸਾਈਨ ਨੇ। ਇਹ ਤੁਸੀਂ ਵੇਖਣਾ ਥੋੜ੍ਹੇ ਦਿਨਾਂ 'ਚ ਹੋ ਰਿਹਾ, ਮੇਰਾ ਤਜਜ਼ੀਆ ਯਾਦ ਰੱਖਣਾ। ਥੋੜ੍ਹੇ ਦਿਨਾਂ 'ਚ ਜਿਸ ਵੇਲੇ ਸਦਰ ਟਰੰਪ ਨੇ ਫਿਰ ਜਿਵੇਂ ਬੱਕਰੀਆਂ ਵੜ ਲਈਆਂ ਨੇ ਨਾ, ਇਹਨਾਂ ਨੂੰ ਵੀ ਅਤੇ ਦੂਜੇ ਮੁਸਲਮਾਨ ਭਰਾਵਾਂ ਨੂੰ ਵੀ, ਜਿਸ ਤਰ੍ਹਾਂ ਉਹਨੇ ਡਾਂਗ ਦੇ ਨਾਲ ਇਹਨਾਂ ਨੂੰ ਹਿੱਕ ਲਿਆ ਨਾ,
ਜਦੋਂ ਬੱਕਰੀਆਂ ਨੂੰ ਹਿੱਕੀਦਾ ਇਕੱਠੇ ਕਰ ਲਿਆ, ਇਹਨਾਂ ਫਿਰ ਓਨ ਕਰ ਲੈਣਾ, ਇਹਨਾਂ ਫਿਰ ਰੱਖਣਾ। ਇਹ ਉਹ ਹੀ 20 ਨਿਕਾਤ ਸਨ। ਇਸਾਕ ਡਾਰ ਸਾਹਿਬ ਜਿਹੜੇ ਨੇ ਉਹਨਾਂ ਰੋਟੀ ਨਹੀਂ ਸੀ ਖਾਧੀ, ਭੁੱਖ ਲੱਗੀ ਸੀ ਤੇ ਸਿਰ ਨੂੰ ਗੈਸ ਚੜ੍ਹ ਗਈ ਸੀ, ਅਸੀਂ ਉਲਟੀ ਸਟੇਟਮੈਂਟ ਦੇ ਦਿੱਤੀ ਸੀ। ਹੁਣ ਇਹ ਸਟੇਟਮੈਂਟ ਕਿਉਂ ਦੇਣ ਡਏ ਨੇ? ਸਟੇਟਮੈਂਟ ਇਸ ਤੋਂ ਦੇਣ ਡਏ ਨੇ ਵੀ ਇੱਥੇ ਇਹਨਾਂ ਨੂੰ ਆਵਾਮ ਕੋਲੋਂ ਪੈਣ ਡਈਆਂ ਨੇ, ਆਵਾਮ ਇਹਨਾਂ ਦਾ ਤਕਰੀਬਨ ਹੁੱਕਾ ਪਾਣੀ ਬੰਦ ਕੀਤੀ ਖਲੋਤੀ, ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਨਕੀਦ ਕਰ ਰਹੀ ਹੈ ਆਵਾਮ, ਇਹਨਾਂ ਨੂੰ ਰਾਹ ਨਹੀਂ ਲੱਭਣ ਡਿਆ, ਇਸ ਲਈ ਇਹ ਹੁਣ ਉਹਨੂੰ ਡਿਸਓਨ ਕਰ ਰਹੇ ਨੇ। ਰਹੀ ਗੱਲ ਫੀਲਡ ਮਾਰਸ਼ਲ ਦੀ ਤੇ DGISPR ਸਾਹਿਬ ਦੀ, ਉਹ ਤਾਂ ਬਿਲਕੁਲ ਹੀ ਗਾਇਬ ਨੇ, ਉਹ ਤਾਂ ਸਾਹਮਣੇ ਨਹੀਂ ਆ ਰਹੇ, ਔਰ ਇਹ ਉਹਨਾਂ ਦਾ ਪੁਰਾਣਾ ਕੰਮ ਹੈ। ਉਹ ਗੇਮ ਪਾ ਕੇ ਆਪ ਪਿੱਛੇ ਹੋ ਜਾਂਦੇ ਨੇ ਤੇ ਜਿਹੜੇ ਸਿਵਲੀਅਨ ਹੁੰਦੇ ਨੇ ਉਹਨਾਂ ਨੂੰ ਅੱਗੇ ਕਰ ਦਿੰਦੇ ਨੇ। ਹਾਲਾਂਕਿ ਇਹ ਸਾਰਾ 20 ਨਿਕਾਤ ਵਾਲਾ, ਸਦਰ ਟਰੰਪ ਵਾਲਾ, ਨਵਾਜ਼ ਰਾਤ ਵਾਲਾ, ਇਹ ਸਾਰੇ ਪੱਥਰ ਛੱਤਰ ਵੇਚਣ ਵਾਲਾ ਸਾਰਾ ਕੰਮ ਫੀਲਡ ਮਾਰਸ਼ਲ ਦਾ। ਇਹ ਤਾਂ ਵਿਚਾਰੇ ਅਰਦਲੀ ਨਾਲ ਗਏ ਨੇ, ਲੇਕਿਨ ਉਹ ਆਪ ਬੜੇ ਆਰਾਮ ਦੇ ਨਾਲ ਉਹਨਾਂ ਨੇ ਸਾਈਡ ਕਰਾਤੀ ਹੈ ਔਰ ਉਹ ਹਾਈਵੇ ਤੋਂ ਉਤਰ ਗਏ ਨੇ ਤੇ ਇਹ ਹੁਣ ਉੱਥੇ ਫਸੇ ਨੇ ਖਲੋਤੇ। ਇਹ ਇੰਝ ਹੀ ਕਹੋ ਵੀ ਜਿਵੇਂ ਬੋਰੀ 'ਚ ਲਾਸ਼ ਹੋਵੇ ਤੇ ਉਹ ਲਾਸ਼ ਇਹਨਾਂ ਦੇ ਮੋਢੇ 'ਤੇ ਫੀਲਡ ਮਾਰਸ਼ਲ ਸਾਹਿਬ ਨੇ ਰੱਖ ਦਿੱਤੀ ਹੈ। ਲਾਸ਼ ਭਾਵੇਂ ਉਹਨਾਂ ਨੇ ਬਣਾਈ ਹੈ, ਲੇਕਿਨ ਉਹਨਾਂ ਨੇ ਇਹਨਾਂ ਦੇ ਮੋਢੇ 'ਤੇ ਧਰ ਦਿੱਤੀ ਹੈ ਤੇ ਆਪ ਪਾਸੇ 'ਤੇ ਨਿਕਲ ਗਏ ਨੇ। ਇਹ ਹੁਣ ਲਾਸ਼ ਚੁੱਕੀ ਇਸਾਕ ਡਾਰ ਸਾਹਿਬ ਖਲੋਤੇ ਨੇ, ਨਾ ਇਹਨਾਂ ਨੂੰ ਆਉਂਦਾ ਪਤਾ ਲੱਗਦਾ ਵੀ ਸ਼ਮਾ ਦਾ ਕੀ ਕਰਨਾ, ਉਹ ਬੁਝਾਉਣੀ ਹੈ ਕਿ ਨਹੀਂ, ਜਾਂ ਉਹ ਬਲਦੀ ਰਹਿਣ ਦੇਣੀ ਹੈ, ਕਿਉਂਕਿ ਸ਼ਮਾ ਵੀ ਬਲਣ ਰਹੀ ਹੈ ਅਜੇ ਤੱਕ, ਉਹ ਵੀ ਗੁੱਸੇ 'ਚ ਹੈ ਤੇ ਆਵਾਮ ਵੀ ਗੁੱਸੇ 'ਚ ਹੈ। ਤੇ ਅੱਜ ਇਸਾਕ ਡਾਰ ਸਾਹਿਬ ਨੇ ਉਹਨਾਂ ਦੇ ਬਾਰੇ ਵੀ ਕਹਿ ਦਿੱਤਾ ਵੀ ਇਹ ਮੈਂ ਨਹੀਂ ਲੈ ਕੇ ਗਿਆ ਸ਼ਮਾ, ਹਾਲਾਂਕਿ ਝੂਠ ਮਾਰਦੇ ਨੇ। ਇਹ ਫੋਰਨ ਆਫਿਸ ਦੇ ਲੈਟਰ ਤੋਂ ਬਗੈਰ ਉਹ ਉੱਥੇ ਅਕਵਾਮ ਮੁਤੱਹਿਦਾ ਦੇ ਵਿੱਚ ਸ਼ਮਾ ਸਾਹਿਬਾਂ ਜਿਹੜੀਆਂ ਨੇ ਉਹ ਬਹਿ ਹੀ ਨਹੀਂ ਸਕਦੀਆਂ। ਲੇਕਿਨ ਕੀ ਕਰੀਏ, ਇਹਦੇ 'ਚ ਹੁਣ ਅਸੀਂ ਤੁਹਾਨੂੰ ਕੀ ਗੱਲ ਦਸੀਏ ਕਿ ਇਹ ਜਦੋਂ ਹੋਈ ਬੰਦਾ ਬੇਸ਼ਰਮ ਜਾਏ, ਉਹਨੂੰ ਵੀ ਡਿਸਓਨ ਕਰ ਰਹੇ ਨੇ। ਆਂਦੇ ਨੇ ਸ਼ਮਾ ਨੂੰ ਕਿਉਂ ਦੇਖਦੇ ਹੋ, ਖੰਭਿਆਂ ਨੂੰ ਵੇਖੋ। ਹੁਣ ਖੰਭੇ ਪਤਾ ਨਹੀਂ ਕਿਹਨੂੰ ਆਂਦੇ ਨੇ। जो इसकी को मजीद तफसील आएगी, मैं इंशाल्लाह इस हाउस में यार शमा को बात शमा आती है, वो अंधेरा नजर नहीं आता तो आ जाएगा ना, आखिर में शमा भी आ जाएगी। शमा ही आती है नजर, आपको और कुछ नहीं नजर आता। वहां वो खंबे लगे हुए वो नजर नहीं आते, शमा नजर आती है आपको। जी नो क्रॉस टॉक, जनाबे स्पीकर मेरा ख्याल है ਕਿ ਸ਼ਮਾ ਨਾ ਵੇਖੋ, ਖੰਭਿਆਂ ਨੂੰ ਵੇਖੋ, ਇਹ ਕਿਸੇ ਨੂੰ ਸਮਝ ਨਹੀਂ ਆਈ। ਲੇਕਿਨ ਜ਼ਾਹਿਰ ਹੈ ਸ਼ਰਮਿੰਦਾ ਨਹੀਂ ਹੋ ਰਹੇ, ਪਤਾ ਇਹਨਾਂ ਨੂੰ ਹੈ ਕਿ ਅਸੀਂ ਖੱਚ ਮਾਰ ਬੈਠੇ ਸਾਰੀਆਂ। ਕੱਲ੍ਹ ਤੱਕ ਜਿਹੜੀ ਸ਼ਾਇਦ ਤੇ ਆਕੜਦੇ ਸਨ, ਅੱਜ ਉਹਦਾ ਭਾਰ ਨਹੀਂ ਚੁੱਕਣ ਨੂੰ ਤਿਆਰ। ਲੇਕਿਨ ਆਂਦੇ ਨਾ ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ। ਉਧਰ ਦੂਜੇ ਪਾਸੇ ਬਾਜੀ ਨੂੰ ਅਕਲ ਘੱਟ ਹੈ, ਉਹ ਬੋਰਡ ਲਵਾਉਣ ਡਈ ਹਲੇ ਵੀ। ਇਹ ਭੱਜਣ ਡਏ ਨੇ 20 ਨਿਕਾਤ ਤੋਂ, ਇਹਨਾਂ ਦੇ ਬੋਰਡ ਲਵਾਉਣ ਡਈ ਲਾਹੌਰ ਦੇ ਵਿੱਚ, ਉੱਥੇ ਦੜਾ ਦੜ ਬੋਰਡ ਲੱਗ ਰਹੇ ਨੇ ਵੀ ਇਹਨਾਂ ਨੇ ਕੀਤਾ। ਪਰ ਵਾਪਸ ਆਨੇ ਇਹ ਖਬਰ ਤੇ ਅਸੀਂ ਉਰਦੂ 'ਚ ਵੀ ਕੀਤੀ ਹੈ, ਜ਼ਰਾ ਛੇਤੀ ਨਾਲ ਇਹ ਗੱਲ ਕਰ ਲਈਏ ਤੁਹਾਡੇ ਨਾਲ ਕਿ ਇਹਨਾਂ ਨੂੰ ਦੱਸਿਆ ਵੀ ਹੁਣ ਮਜ਼ਹਬ ਕਾਰਡ ਵੀ ਖਤਮ ਹੋ ਗਿਆ ਤੁਹਾਡੇ ਕੋਲ, ਹੁਣ ਕੌਮੀਅਤ ਰਹਿ ਗਈ। ਹੁਣ ਤੁਸੀਂ ਵੇਖੋਗੇ ਬਾਜੀ ਮਰੀਮ ਪੰਜਾਬ 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 ਕਰੇਗੀ ਤੇ ਪੀਪਲਸ ਪਾਰਟੀ ਵਾਲੇ ਸਿੰਧ 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 ਕਰਨਗੇ। ਇਹ ਹੁਣ ਲੜਾਈ ਕਰਵਾਉਣਗੇ ਸੂਬਿਆਂ ਦੀ। ਅੱਛਾ, ਇਹ ਪਹਿਲੀ ਵਾਰੀ ਹੋ ਰਹੀ ਹੈ? ਨਾ 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 ਨਾ, ਇਹ ਤੁਹਾਨੂੰ ਜੋ ਕਰਾਚੀ ਦੇ ਵਿੱਚ ਮਹਾਜਰ ਸਿੰਧੀ ਸਭ ਕੁਝ ਹੁੰਦਾ ਨਜ਼ਰ ਆਇਆ, ਸਾਡੇ ਚੌਧਰੀ ਸਾਹਿਬ ਦਾ ਸਕ੍ਰਿਪਟ ਸੀ। ਸ਼ੀਆ ਸੁੰਨੀ ਦਾ ਜਿਹੜਾ ਕੰਮ ਹੁੰਦਾ ਉਹ ਵੀ ਸਾਡਾ ਆਪਣਾ ਹੀ ਸਕ੍ਰਿਪਟ ਹੁੰਦਾ ਟਾਈਮ ਟਾਈਮ। ਜਿਹੜਾ ਅਸੀਂ ਤਾਲਿਬਾਨ ਔਰ ਦੂਜੇ ਸਾਰੇ ਕੰਮ ਕੀਤੇ ਨੇ ਉਹ ਵੀ ਸਾਡਾ ਹੀ ਸਕ੍ਰਿਪਟ ਸੀ ਕਿਸੇ ਨਾ ਕਿਸੇ ਜ਼ਮਾਨੇ 'ਚ। ਇਹ ਹੁਣ ਨਵਾਂ ਸਕ੍ਰਿਪਟ ਹੈ ਚੌਧਰੀ ਸਾਹਿਬ ਦਾ। ਹੁਣ ਕਿਉਂਕਿ ਹੋਰ ਕੋਈ ਸ਼ੈ ਹੱਥ ਆ ਨਹੀਂ ਰਹੀ ਤੇ ਉਹਨਾਂ ਬਾਜੀ ਨੂੰ ਨਵਾਂ ਸਬਕ ਪੜ੍ਹਾਇਆ ਵੀ ਤੂੰ ਭੈਣ ਸਾਡੀ, ਇਹ ਮੇਰੀ ਭੈਣ ਹੈ, ਹੋਰ ਕਿਸੇ ਦੀ ਨਹੀਂ। ਹੁਣ ਮੈਨੂੰ ਨਹੀਂ ਪਤਾ, ਉਹ ਜ਼ਾਹਿਰ ਹੈ ਹੁਣ ਤੁਸੀਂ ਕੱਲ੍ਹ ਨੂੰ ਆਖੋ ਵੀ ਕੈਪਟਨ ਸਫਦਰ ਸਾਹਿਬ ਤੇ ਵੀ ਤੁਸੀਂ ਇਹ ਕੰਮ, ਉਹ ਤਾਂ ਉਹਨਾਂ ਦੇ ਘਰ ਵਾਲੇ ਨੇ, ਉਹਦੀ ਨਹੀਂ ਭੈਣ ਆਖਣਗੇ, ਮੈਂ ਆਖ ਰਿਹਾ। ਉਹਨਾਂ ਨੇ ਆਖਿਆ ਹੈ, ਐਸਟੈਬਲਿਸ਼ਮੈਂਟ ਨੇ ਆਖਿਆ ਹੈ, ਜਰਨੈਲਾਂ ਨੇ ਆਖਿਆ ਹੈ ਕਿ ਮਰੀਮ ਸਾਹਿਬਾ ਤੁਹਾਡੇ ਕੋਲ ਇੱਕ ਹੀ ਤਰੀਕਾ ਰਹਿ ਗਿਆ, ਤੁਸੀਂ ਪੰਜਾਬੀ ਦਾ ਨਾਰਾ ਲਾ ਦਿਓ ਜਿਵੇਂ ਤੁਹਾਡੇ ਪਿਓ ਨੇ ਲਾਇਆ ਸੀ, ਜਾਗ ਪੰਜਾਬੀ ਜਾਗ। ਹੁਣ ਤੁਹਾਨੂੰ ਮਰੀਮ ਨਵਾਜ਼ ਹਰ ਚੀਜ਼ 'ਚ ਪੰਜਾਬ ਪੰਜਾਬ, ਮੇਰਾ ਪੰਜਾਬ ਪੰਜਾਬ, ਮਤਲਬ ਸਿੰਧ ਔਰ ਪੰਜਾਬ 'ਚ ਲੜਾਈ। ਜਿਵੇਂ ਪਿਛਲੇ ਦਿਨਾਂ 'ਚ ਅਫਗਾਨਿਸਤਾਨ ਨਾਲ ਲੜਨ ਨੂੰ ਤਿਆਰ ਬੈਠੇ ਸਨ, ਉਵੇਂ ਬਾਜੀ ਮਰੀਮ ਹਰ ਚੀਜ਼ ਦੇ ਵਿੱਚ ਹੁਣ ਪੰਜਾਬ ਲਿਆ ਰਹੀ। ਇਹ ਜ਼ਰਾ ਗੱਲ ਸੁਣਿਓ, ਪਹਿਲਾਂ ਤਾਂ ਬਾਜੀ ਇਕੱਲੇ ਲਾਹੌਰ ਦਾ ਪਾਣੀ ਕੱਢਦੀ ਸੀ, ਉਹ ਜਿਹੜਾ ਬਾਰਿਸ਼ ਬੂਰਿਸ਼ ਦੇ ਵਿੱਚ ਪਾਣੀ ਆ ਜਾਂਦਾ ਸੀ। ਹੁਣ ਬਾਜੀ ਆਂਦੀ ਹੈ ਮੇਰਾ ਪਾਣੀ ਮੇਰਾ ਪਾਣੀ ਮੇਰਾ ਪਾਣੀ। ਇਹ ਹੁਣ ਮੇਰੀ ਸਮਝ ਤੋਂ ਬਾਹਰ ਹੈ ਵੀ ਬਾਜੀ ਨੇ ਸਕੰਜਵੀ ਬਣਾ ਲਈ ਹੈ ਜਿਹੜਾ ਬਾਜੀ ਦਾ ਪਾਣੀ ਹੈ। ਮਤਲਬ ਬਾਜੀ ਤੂੰ ਕਿਤੇ ਦਰਿਆਵਾਂ ਦੇ ਵਿੱਚ ਨਿੰਬੂ ਨਿਚੋੜ ਕੇ ਤੇ ਖੰਡ ਪਾ ਕੇ ਬਹਿ ਗਈ ਹੈ ਵੀ ਉਹਨੇ ਸਾਰਾ ਪਾਣੀ ਤੇਰਾ ਹੈ, ਕਿਸੇ ਹੋਰ ਦਾ ਪਾਣੀ ਨਹੀਂ ਹੈ। ਮਤਲਬ ਜਾਂ ਤਾਂ ਇਹ ਹੈ ਨਾ ਵੀ ਤੂੰ ਵਿੱਚ ਚਮਚਾ ਫੇਰ ਲਿਆ ਖੰਡ ਪਾ ਕੇ ਤੇ ਨਿੰਬੂ ਪਾ ਕੇ ਵੀ ਸਕੰਜਵੀ ਤੇਰੀ ਹੈ, ਹੁਣ ਕੋਈ ਇਹਦੇ ਤੋਂ ਗਲਾਸ ਨਹੀਂ ਭਰ ਸਕਦਾ। ਪਤਾ ਅਹਿਮਕਾਂ ਵਾਲੀਆਂ ਗੱਲਾਂ ਨੇ। ਇੱਕ ਸਭ ਤੋਂ ਵੱਡੇ ਸੂਬੇ ਦੀ ਚੀਫ ਮਿਨਿਸਟਰ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬਾਕੀ ਕਾਨੂੰਨ ਜ਼ਾਬਤਾ ਬਣਿਆ ਹੋਇਆ, ਪਾਣੀ ਸਾਰਿਆਂ ਨੂੰ ਆਪਣੇ ਹਿੱਸੇ ਦਾ ਹੀ ਲੱਭਣਾ ਹੈ। ਲੇਕਿਨ ਇਹ ਮੇਰਾ ਪਾਣੀ ਕਿਹੜਾ ਪਾਣੀ ਹੈ ਬਾਜੀ ਤੇਰਾ ਜਿਹੜਾ ਤੂੰ ਐਡਾ ਰੌਲਾ ਪਾ ਲਿਆ ਹੈ? ਮਤਲਬ ਇਹ ਤੇਰੇ ਪਾਣੀ ਨੇ ਦੁਨੀਆ ਪੂਰੀ ਪਾਣੀ ਪਾਣੀ ਕਰ ਛੱਡੀ ਹੈ, ਮਤਲਬ ਕਿ ਲੜਾਈ ਕਰਾ ਛੱਡਣੀ ਇੱਥੇ ਸਾਰਿਆਂ ਨੂੰ। ਇਹ ਸੁਣੋ ਜ਼ਰਾ ਬਾਜੀ ਆਂਦੀ ਕੀ। जब नहरों की बात आई, पंजाब का अपना पानी था। जब मैं अपना पानी कहती हूँ ना तो वो मेरे घर जाती उमरा का पानी नहीं है, वो पंजाब के अवाम का पानी है। पंजाब को मैं अपना समझती हूँ तो अपना पानी कहती हूँ। हमें CCI की मीटिंग में बुलाया और वहां पर मैंने अपने पैसों से, पंजाब ने अपने पैसों से नहरें निकालनी थी, हमें इजाजत नहीं दी। वो पानी जो मेरे पंजाब के किसान का हक था उसको सियासत की नजर कर दिया गया। मैं बोली CCI मीटिंग में भी, मैंने पंजाब के अवाम का पूरा मुकदमा वहां पर भी लड़ा, लेकिन मैं चुप रही। ਸੁਣ ਲਿਆ ਜੇ? ਅੱਛਾ, ਹੁਣ ਇਹਦੇ ਵਿੱਚ ਇਹ ਸੁਣੋ ਵੀ ਇੱਕ ਪਾਸੇ ਆਂਦੀ ਹੈ ਵੀ ਮੈਂ ਉੱਥੇ ਬੋਲੀ, ਮੈਂ ਮੁਕੱਦਮਾ ਲੜਿਆ, ਆਖਰ ਤੇ ਆਂਦੀ ਮੈਂ ਚੁੱਪ ਰਹੀ। ਤੁਹਾਨੂੰ ਨਹੀਂ ਯਕੀਨ ਆਉਂਦਾ? ਇਹ ਆਖਰ ਦੇ ਉੱਤੇ ਜਿਹੜਾ ਜੁਮਲਾ ਹੈ ਨਾ ਜਿੱਥੇ ਆਂਦੀ ਹੈ ਵੀ ਮੈਂ ਉੱਥੇ ਲੜਾਈ ਕੀਤੀ ਪੰਜਾਬ ਵਾਸਤੇ, ਫਿਰ ਆਂਦੀ ਚੁੱਪ ਰਹੀ। ਇਹ ਸੁਣੋ ਫਿਰ। CCI की मीटिंग में बुलाया और वहां पर मैंने अपने पैसों से, पंजाब ने अपने पैसों से नहरें निकालनी थी, हमें इजाजत नहीं दी।
वो पानी जो मेरे पंजाब के किसान का हक था उसको सियासत की नजर कर दिया गया। मैं बोली सीसीआई मीटिंग में भी, मैंने पंजाब के अवाम का पूरा मुकदमा वहां पर भी लड़ा, लेकिन मैं चुप रही। ਸੁਣ ਲਿਆ ਜੇ, ਇੱਕ ਪਾਸੇ ਆਂਦੀ ਵੀ ਮੈਂ ਉੱਥੇ ਲੜਾਈ ਕੀਤੀ, ਫਿਰ ਆਂਦੀ ਮੈਂ ਨਹੀਂ ਬੋਲੀ, ਮੈਂ ਚੁੱਪ ਰਹੀ। ਇਹ ਹੁਣ ਪਤਾ ਨਹੀਂ ਬਾਜੀ ਚੁੱਪ ਰਹਿ ਕੇ ਕਿਸ ਤਰ੍ਹਾਂ ਬੋਲਦੀ ਹੈ ਤੇ ਬਾਜੀ ਦੇ ਪਾਣੀ ਦਾ ਕਰਨਾ ਕੀ ਜੇ, ਇਹ ਮੇਰੀ ਸਮਝ ਤੋਂ ਬਾਹਰ ਹੈ। ਇਹਦੇ ਤੇ ਤੁਸੀਂ ਕਮੈਂਟ ਕਰੋ, ਦੱਸੋ ਮੈਨੂੰ, ਮੇਰੀ ਸਮਝ ਤੋਂ ਬਾਹਰ ਹੈ ਕਿ ਮੈਂ ਇਹਦੇ ਉੱਤੇ ਕੀ ਕਮੈਂਟ ਕਰਾਂ। ਇਹ ਬਾਰਲ ਜਰਨੈਲਾਂ ਨੇ ਨਵੀਂ ਪੱਟੀ ਪੜਾਈ ਹੈ ਕਿ ਹੁਣ ਪੰਜਾਬੀਅਤ ਤੁਸੀਂ ਕਰੋ ਤੇ ਉਹ ਸਿੰਧ। ਇਸੇ ਤੁਸੀਂ ਦੇਖੋਗੇ ਵੀ ਉਹ ਬਾਜੀ ਮਰੀਮ ਤੇ ਹਮਲਾ ਕਰਨਗੇ, ਪੰਜਾਬ ਗਵਰਨਮੈਂਟ ਤੇ ਕਰਨਗੇ, ਇਹ ਸਿੰਧ ਤੇ ਕਰੇਗੀ ਔਰ ਪੰਜਾਬ ਦੀਆਂ ਗੱਲਾਂ ਭੈਣ ਸਾਡੀ ਕਰੇਗੀ। ਇਹ ਸੁਬਾਈਅਤ ਔਰ ਹੁਣ ਮੁਲਕ ਨੂੰ ਮਜ਼ੀਦ ਨੁਕਸਾਨ ਪਹੁੰਚਾਉਣ ਦਾ ਸਾਡੇ ਜਰਨੈਲਾਂ ਨੇ ਜਿਹੜਾ ਫੈਸਲਾ ਕੀਤਾ ਮਾਜ਼ਰਤ ਦੇ ਨਾਲ ਬਿਆਨੀਏ ਦੇ ਵਿੱਚ, ਉਹ ਸਾਨੂੰ ਆਉਣ ਵਾਲੇ ਵਕਤ ਦੇ ਵਿੱਚ ਬਹੁਤ ਮਹਿੰਗਾ ਪਏਗਾ। ਲੇਕਿਨ ਨਵੀਂ ਪਟੜੀ ਦੇ ਉੱਤੇ ਇਹਨਾਂ ਨੇ ਚਾੜ ਦਿੱਤਾ ਹੈ, ਹੁਣ ਅੱਲਾ ਹੀ ਖੈਰ ਕਰੇ। ਅੱਛਾ ਜੀ, ਅੱਗੋਂ ਜਿਹੜੇ ਅਲਤਾਫ ਹੁਸੈਨ ਸਾਹਿਬ ਨੇ ਉਹਨਾਂ ਨੇ ਲੀਕ ਕਰ ਦਿੱਤਾ ਮੁਕਾਲਮਾ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਤੇ ਡੋਨਲਡ ਟਰੰਪ ਦਾ। ਉਹਨਾਂ ਨੇ ਟਵੀਟ ਕਰ ਦਿੱਤਾ, ਉਹਨਾਂ ਨੇ ਕਿਹਾ ਵੀ ਸਦਰ ਡੋਨਲਡ ਟਰੰਪ ਨੇ ਵਜ਼ੀਰ ਆਜ਼ਮ ਪਾਕਿਸਤਾਨ ਸ਼ਹਿਬਾਜ਼ ਸ਼ਰੀਫ ਨੂੰ ਦੱਸਿਆ ਵੀ ਮੈਨੂੰ ਕਿਹਾ ਕਿ ਮੈਨੂੰ ਦੱਸੋ ਤੁਹਾਨੂੰ ਮੇਰਾ 20 ਨਿਕਾਤੀ ਅਮਨ ਮਨਸੂਬਾ ਕਬੂਲ ਹੈ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਆਖਿਆ ਕਿ ਸਦਰ ਡੋਨਲਡ ਟਰੰਪ ਸਾਹਿਬ ਜਨਾਬੇ ਆਲੀ ਜਦੋਂ ਫੀਲਡ ਮਾਰਸ਼ਲ ਸਾਹਿਬ ਨੂੰ ਇਹ ਕਬੂਲ ਹੈ ਤਾਂ ਮੈਂ ਕਿਸ ਤਰ੍ਹਾਂ ਇਨਕਾਰ ਕਰ ਸਕਦਾ। ਸਦਰ ਟਰੰਪ ਨੇ ਕਿਹਾ ਕਿ ਨਹੀਂ, ਵਜ਼ੀਰ ਆਜ਼ਮ ਤੁਸੀਂ ਹੋ, ਆਪਣੇ ਮੂੰਹ ਮੈਨੂੰ ਦੱਸੋ ਵੀ ਤੁਹਾਨੂੰ ਇਹ ਕਬੂਲ ਹੈ ਕਿ ਨਹੀਂ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਿਹਾ ਕਿ ਜਨਾਬੇ ਆਲੀ ਡੋਨਲਡ ਟਰੰਪ ਸਾਹਿਬ ਬਿਲਕੁਲ ਕਬੂਲ ਹੈ। ਸਦਰ ਟਰੰਪ ਨੇ ਕਿਹਾ ਵੀ ਫਿਰ ਦੱਸੋ ਕਬੂਲ ਹੈ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਿਹਾ ਕਿ ਜਨਾਬੇ ਆਲੀ ਕਬੂਲ ਹੈ। ਸਦਰ ਟਰੰਪ ਨੇ ਫਿਰ ਤੀਜੀ ਵਾਰੀ ਆਖਿਆ ਵੀ ਕਬੂਲ ਹੈ ਤੇ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਿਹਾ ਕਿ ਜਨਾਬੇ ਆਲੀ ਬਿਲਕੁਲ ਕਬੂਲ ਹੈ। ਸਦਰ ਟਰੰਪ ਨੇ ਕਿਹਾ ਚਲੋ ਬਈ ਮੁਬਾਰਕ ਹੋਵੇ, ਛੁਹਾਰੇ ਵੰਡੋ। ਛੁਹਾਰੇ ਵੰਡੇ ਗਏ, ਕੁੜੀ ਡੋਲੀ ਚੜ੍ਹ ਗਈ ਤੇ ਉਸ ਤੋਂ ਬਾਅਦ ਹੁਣ ਇਹ ਕਹਿਣ ਡੇ ਨੇ ਵੀ ਨਹੀਂ ਇਹ ਸਾਡੇ 20 ਨਿਕਾਤ ਨਹੀਂ। ਇਹ ਜ਼ਾਹਿਰ ਹੈ ਇਹ ਉਹਨਾਂ ਨੇ ਮਜ਼ਾਕ ਹੀ ਉਡਾਇਆ ਇਹਨਾਂ ਦਾ। ਅਲਤਾਫ ਹੁਸੈਨ ਸਾਹਿਬ ਨੇ ਉੱਥੇ ਬੈਠੇ ਤੇ ਨਹੀਂ ਸੀ, ਲੇਕਿਨ ਉਹਨਾਂ ਦੱਸਿਆ ਵੀ ਇਹ ਨਿਕਾਹ ਇਹਨਾਂ ਪੜਾਇਆ, ਇਸ ਤਰੀਕੇ ਨਾਲ ਪੜਾਇਆ, ਇਸ ਤਰੀਕੇ ਨਾਲ ਇਹਨਾਂ ਨੇ ਕਬੂਲ ਕੀਤੇ ਨੇ ਸਾਰੀਆਂ ਚੀਜ਼ਾਂ। ਤੇ ਹੁਣ ਬਾਹਰ ਆ ਕੇ ਆਉਂਦੇ ਨੇ ਵੀ ਇਹ 20 ਨਿਕਾਤ ਸਾਡੇ ਨੇ। ਹੁਣ ਤੇ ਇਹ ਲਿੱਤਰ ਵੀ 100 ਖਾਣੇ ਪੈਣੇ ਨੇ ਸ਼ਹਿਬਾਜ਼ ਸ਼ਰੀਫ ਸਾਹਿਬ ਤੇ ਗੰਡੇ ਵੀ ਖਾਣੇ ਪੈਣੇ ਨੇ। ਹੁਣ ਇਹ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਕੀ ਖਾਣਾ ਹੈ। ਬਾਹਰਲੇ ਖਾਣੇ ਪੈਣੇ ਨੇ ਤੁਹਾਨੂੰ। ਜਿਵੇਂ ਉੱਥੇ ਜੋੜੀ ਗਈ ਸੀ ਨਾ ਤੇ ਬੜੇ ਪੈਂਚ ਬਣ ਕੇ ਤੁਸੀਂ ਉੱਥੇ ਤਸਵੀਰਾਂ ਖਿਚਾ ਰਹੇ ਸੀ, ਉਸ ਵੇਲੇ ਤੇ ਤੁਹਾਡੀਆਂ ਗੱਲਾਂ ਜਿਹੜੀਆਂ ਸਨ ਉਹ ਵਰਾਛਾਂ ਤੁਹਾਡੀਆਂ ਕੰਨਾਂ ਤੱਕ ਗਈਆਂ ਸਨ ਹੱਸ ਹੱਸ ਕੇ। ਤੇ ਹੁਣ ਜਿਹੜਾ ਜ਼ਾਹਿਰ ਹੈ ਤੁਹਾਡੇ ਵਾਸਤੇ ਮੁਸ਼ਕਿਲ ਬਣ ਗਈ ਹੈ। ਇਹਦੇ ਤੇ ਮੈਂ ਇਹੀ ਕਹਿ ਸਕਦਾ ਵੀ ਹੁਣ ਵੀ ਆਖੋ ਵੀ ਲੱਗੀਆਂ ਨੇ ਮੌਜਾਂ, ਹੁਣ ਲਾਈ ਰੱਖੀ ਸੋਹਣਿਆ। ਬਾਹਰਲ ਇਹਦੇ ਉੱਤੇ ਮਸਲਾ ਇਹਨਾਂ ਵਾਸਤੇ ਖਤਰਨਾਕ ਬਣ ਗਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇੱਕ SHO ਨੇ ਮੁਜ਼ੱਫਰਗੜ੍ਹ ਥਾਣਾ ਸਿਟੀ ਅਲੀਪੁਰ ਦੇ, ਉਹਨਾਂ ਨੇ ਇੱਕ ਨਵਾਂ ਕੰਮ ਕੀਤਾ। ਉਹਨਾਂ ਨੇ ਇੱਕ ਰਿਪੋਰਟ ਦਰਜ ਕਰ ਦਿੱਤੀ ਹੈ, ਇਹਨੂੰ ਰਪਟ ਕਹਿੰਦੇ ਨੇ ਵੈਸੇ। ਉਹਨਾਂ ਇੱਕ ਰਿਪੋਰਟ ਦਰਜ ਕਰ ਦਿੱਤੀ ਥਾਣੇ ਦੇ ਵਿੱਚ। ਰਿਪੋਰਟ ਉਹਨਾਂ ਨੇ ਦਰਜ ਕੀਤੀ ਹੈ ਕਿ ਜਿਹੜਾ SHO ਹੈ ਇਹ ਸ਼ਾਹਿਦ ਨਜ਼ੀਰ ਜਿਹੜਾ ਉਹ ਮੁਹਰਰ ਹੈ ਉੱਥੋਂ ਦਾ, ਥਾਣਾ ਸਿਟੀ ਅਲੀਪੁਰ ਜ਼ਿਲ੍ਹਾ। ਇਹ ਮੈਂ ਇੱਥੇ ਗ੍ਰਿਫਤਾਰ ਵੀ ਰਿਹਾ ਇਸ ਥਾਣੇ ਦੇ ਵਿੱਚ ਜਿਸ ਵੇਲੇ ਸਾਡਾ ਜ਼ਿਮਨੀ ਇਲੈਕਸ਼ਨ ਸੀ ਤੇ ਇਸੇ ਥਾਣੇ 'ਚ ਮੈਨੂੰ ਗ੍ਰਿਫਤਾਰ ਵੀ ਕੀਤਾ ਸੀ, ਥਾਣਾ ਸਿਟੀ ਅਲੀਪੁਰ ਦੇ ਵਿੱਚ ਜ਼ਿਲ੍ਹਾ ਮੁਜ਼ੱਫਰਗੜ੍ਹ। ਉੱਥੇ ਜਨਾਬ ਮੁਹਰਰ ਸਾਹਿਬ ਜਿਹੜੇ ਸ਼ਾਹਿਦ ਨਜ਼ੀਰ ਨੇ 887 ਨੰਬਰ ਇਹ ਰਿਪੋਰਟ ਹੈ। ਉਹਦੇ ਵਿੱਚ ਉਹਨਾਂ ਨੇ ਜਿਹੜਾ ਮੁਕੱਦਮਾ ਦਰਜ ਕੀਤਾ ਉਹ ਆਪਣੇ SHO 'ਤੇ ਕੀਤਾ ਹੈ। ਮੁਕੱਦਮਾ ਇਹ ਦਰਜ ਕੀਤਾ ਹੈ ਕਿ ਜਿਸ ਵੇਲੇ SHO ਗਿਆ ਤੇ ਉਹ ਨਾਲ ਕੁਰਸੀ ਵੀ ਚੁੱਕ ਕੇ ਲੈ ਗਿਆ SHO ਦੀ। ਆ ਰਿਹਾ ਤੁਹਾਨੂੰ ਯਕੀਨ? ਪੁਲਿਸ ਦੇ ਥਾਣੇ ਨੇ ਆਪਣੇ SHO 'ਤੇ ਜਿਹਦਾ ਉੱਥੋਂ ਤਬਾਦਲਾ ਹੋ ਗਿਆ ਸੀ ਉਹਦੇ ਉੱਤੇ ਰਿਪੋਰਟ ਦਰਜ ਕਰ ਦਿੱਤੀ। ਤੁਸੀਂ ਲਫ਼ਜ਼ਾਂ 'ਚ ਪਰਚਾ ਦੇ ਚੜਿਆ, FIR ਨਹੀਂ ਕੱਟੀ, ਰਿਪੋਰਟ ਦਰਜ ਕੀਤੀ ਹੈ। ਤੇ ਉਹ ਇੱਕ ਕਿਸਮ ਦੀ ਉਹਨੂੰ ਤੁਸੀਂ ਅੱਧੀ FIR ਹੀ ਕਹਿ ਦਿਓ। ਉਹ ਉਹਨਾਂ ਦਰਜ ਕੀਤੀ ਹੈ ਕਿ SHO ਜਦੋਂ ਇੱਥੋਂ ਤਬਾਦਲਾ ਕਰਵਾ ਕੇ ਗਿਆ ਤੇ ਉਹ ਜਾਂਦਾ ਜਾਂਦਾ ਕੁਰਸੀ ਚੋਰੀ ਕਰਕੇ ਲੈ ਗਿਆ ਨਾਲ। ਉਹ SHO ਦੇ ਕੋਲੋਂ ਜਵਾਬ ਵੀ ਮੰਗਿਆ ਗਿਆ। ਉਹ ਹੁਣ ਮੇਰਾ ਖਿਆਲ ਮਜ਼ਹਰ ਉਹਦਾ ਨਾਂ ਹੈ, ਜ਼ਵਾਰ ਹੁਸੈਨ ਉਹਦਾ ਨਾਂ ਹੈ। ਜ਼ਵਾਰ ਹੁਸੈਨ ਜਿਹੜਾ SHO ਹੈ ਉਹ ਜਾਂਦਾ ਜਾਂਦਾ ਆਪਣੇ ਨਾਲ ਕੁਰਸੀ ਲੈ ਗਿਆ ਬਜ਼ਰੀਆ ਟੈਲੀਫੋਨ। ਜਿਸ ਵੇਲੇ ਮਜ਼ਹਰ ਨੇ ਜਿਹੜਾ ਮੇਰਾ ਖਿਆਲ ਉੱਥੇ ਕੋਈ ਹੋਏਗਾ ਮੁਹਰਰ ਜਾਂ ਦੂਸਰਾ ਅਹਿਮਦ ਵਗੈਰਾ, ਉਹਨੇ ਮੁਜਾਹਿਦ ਹੁਸੈਨ ਹੈ ਮੇਰਾ ਖਿਆਲ ਦੂਸਰਾ ਸਾਬਕ ਮੁਹਰਰ, ਉਹਦੇ ਨਾਲ ਰਾਬਤਾ ਕੀਤਾ। ਨਵਾਂ ਮੁਹਰਰ ਜ਼ਾਹਿਰ ਹੈ ਸ਼ਾਹਿਦ ਨਜ਼ੀਰ ਹੈ ਤੇ ਉਹ ਮੁਜਾਹਿਦ ਹੁਸੈਨ ਨਾਲ ਰਾਬਤਾ ਕੀਤਾ ਤੇ ਉਹਨੇ ਕਿਹਾ ਜੀ ਇਹ ਕੁਰਸੀ SHO ਸਾਹਿਬ ਦੀ ਆਪਣੀ ਸੀ ਜਿਹੜੀ ਉਹ ਲੈ ਗਏ ਨੇ। ਹੁਣ ਤੁਹਾਨੂੰ ਵੀ ਸਮਝ ਆ ਰਹੀ ਹੋਗੀ ਵੀ ਮੈਂ ਤੁਹਾਨੂੰ ਕੀ ਖਬਰ ਦੇ ਰਿਹਾ। ਇਹ ਖਬਰ ਦੇ ਵਿੱਚ ਕੋਈ ਗੱਲ ਹੈ ਬੰਦਿਆਂ ਵਾਲੀ? ਇਹੀ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਵੀ ਇਹ ਬਾਜੀ ਦਾ ਪੰਜਾਬ ਹੈ। SHO ਗਿਆ ਤੇ ਉਹ ਨਾਲ ਕੁਰਸੀ ਲੈ ਗਿਆ। ਨਵਾਂ SHO ਆਉਂਦਾ ਵੀ ਉਹ ਚੋਰੀ ਕਰਕੇ ਲੈ ਗਿਆ। ਉਹ ਆਉਂਦਾ ਨਹੀਂ ਮੇਰੀ ਆਪਣੀ ਕੁਰਸੀ ਹੈ। ਅੱਛਾ, ਫਿਰ SHO ਆਉਂਦਾ ਵੀ ਜੇ ਤੇਰੀ ਆਪਣੀ ਸੀ ਤੇ ਜਿਹੜੀ ਸਰਕਾਰੀ ਕੁਰਸੀ ਸੀ ਉਹ ਕਿੱਥੇ ਗਈ ਹੈ? ਇਹ ਕਿਤੇ ਸ਼ਰੀਫ ਟੱਬਰ 'ਚੋਂ ਤਾਂ ਨਹੀਂ ਸੀ ਇਹ SHO। ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਕੁਰਸੀ ਨਹੀਂ ਛੱਡਣ ਡਿਆ ਥਾਣੇ ਦੇ ਵਿੱਚ ਤੇ ਇਹਨਾਂ ਨੇ ਇਹ SHO ਜਿਹੜਾ ਹੋਰ ਕੀ ਕਰੇਗਾ। ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੜਾ ਉੱਥੇ ਕੁਰਸੀ ਛੱਡ ਕੇ ਜਿਹੜਾ ਉਹ ਜਾਣ ਨੂੰ ਤਿਆਰ ਨਹੀਂ। ਅੱਛਾ ਜੀ, ਵਾਦੀ ਸੂਨਸ ਕੇਸਰ ਜ਼ਿਲ੍ਹਾ ਖੁਸ਼ਾਬ 32 ਦਿਹਾਤ ਦਾ ਵਾਹਿਦ ਤਹਿਸੀਲ ਹੈੱਡਕੁਆਟਰ ਹੈ। ਉਹਦੇ ਵਿੱਚ 17 ਸੀਟਾਂ ਖਾਲੀ ਨੇ ਡਾਕਟਰਾਂ ਦੀਆਂ, ਸਿਰਫ 4 ਡਾਕਟਰ ਨੇ। ਇਹ ਤੀਜੀ ਵਾਰੀ ਸਾਡੇ ਕੋਲ ਖਬਰ ਆਈ, 2 ਵਾਰੀ ਮੈਂ ਇਗਨੋਰ ਕੀਤੀ, ਤੀਜੀ ਵਾਰੀ ਹੁਣ ਖਬਰ ਆਈ ਹੈ। ਦੇਣਾ ਜ਼ਰੂਰੀ ਹੈ ਇਹਦੇ 'ਤੇ ਤਾਂ ਕਿ ਰੌਸ਼ਨੀ ਪਵੇ। ਔਰ ਬਾਜੀ ਜਿਹੜੀ ਆਂਦੀ ਹੈ ਵੀ ਮੈਂ ਹਸਪਤਾਲਾਂ ਦੇ ਵਿੱਚ ਇੱਥੇ ਰੰਗ ਲਾਤੇ ਨੇ, ਉਹਦੇ ਬਾਰੇ ਬਾਜੀ ਕੋਈ ਇਹ ਖੁਸ਼ਾਬ ਵਾਲਿਆਂ ਦਾ ਵੀ ਸੋਚ ਲਿਆ ਕਿ ਇਹ 4 ਡਾਕਟਰ ਜਿਹੜੇ 32 ਦਿਹਾਤ ਨੇ ਉਹਨਾਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਵੇਖਣਗੇ ਤੇ ਡਿਊਟੀ ਉੱਥੇ ਕਿਸ ਤਰ੍ਹਾਂ ਕਰਨਗੇ। ਇਹਨਾਂ ਦੇ ਵਿੱਚੋਂ ਵੀ ਕਈ ਆਉਂਦੇ ਹੀ ਨਹੀਂ ਹੋਣੇ ਸੱਜਣ ਉੱਥੇ, ਮੇਰਾ ਮਤਲਬ ਤੁਹਾਨੂੰ ਪਤਾ ਹੀ ਹੈ, ਫਿਰ ਮੁਸ਼ਕਿਲ ਹੀ ਹੁੰਦਾ। ਇਹ ਆਉਂਦੇ ਹੋਣਗੇ ਤੇ ਉਹ ਫਿਰ ਵੀ ਪੂਰੇ ਨਹੀਂ ਪੈਂਦੇ ਜਿੰਨੇ 32 ਪਿੰਡ ਨੇ ਤੇ 4 ਡਾਕਟਰ ਉੱਥੇ ਕਿਸ ਤਰ੍ਹਾਂ ਪੂਰੇ ਆਉਣਗੇ। ਲੇਕਿਨ ਦੂਜੇ ਪਾਸੇ ਬਾਜੀ ਆਂਦੀ ਹੈ ਵੀ ਮੈਂ ਇਹੋ ਜਿਹੇ ਹਸਪਤਾਲ ਬਣਾਤੇ ਨੇ ਵੀ ਇੱਥੇ ਦਿਲ ਦੇ
ਮਰੀਜ਼ਾਂ ਦਾ ਇਲਾਜ ਜਿਹੜਾ ਉਹ ਮੁਫਤ ਹੋਏਗਾ। ਹੁਣ ਇਹ ਸਮਝ ਤੋਂ ਸਾਨੂੰ ਬਾਹਰ ਹੈ ਕਿ ਬਾਜੀ ਨੇ ਅਗਰ ਦਿਲ ਦੇ ਮਰੀਜ਼ਾਂ ਦਾ ਮੁਫਤ ਇਲਾਜ ਕਰਨਾ ਹੈ ਤੇ ਫਿਰ ਜਿਹੜੇ ਆਪਣਾ ਲੋਕੀ ਨੇ ਨਵਾਜ਼ ਸ਼ਰੀਫ ਸਾਹਿਬ ਵਰਗੇ, ਸ਼ਹਬਾਜ਼ ਸ਼ਰੀਫ ਸਾਹਿਬ ਵਰਗੇ, ਉਹ ਬਾਹਰ ਕਿਉਂ ਜਾਂਦੇ ਨੇ? ਬਾਜੀ ਦੇ ਵਾਲਦ ਸਾਹਿਬ ਨੂੰ ਦਿਲ ਦਾ ਹੀ ਮਸਲਾ ਹੈ, ਉਹ ਬਾਹਰੋਂ ਜਾ ਕੇ ਕਿਉਂ ਇਲਾਜ ਕਰਵਾਉਂਦੇ ਨੇ? ਇਹ ਆਖਰੀ ਖਬਰ ਵੀ ਬਾਜੀ ਦੇ ਬਾਰੇ ਹੀ ਹੈ। ਬਾਜੀ ਨੇ ਆਖਿਆ ਵੀ ਮੇਰੀ ਜਿਹੜੀ ਗੱਡੀ ਹੈ ਉਹਦੇ ਚਾਰਜਰ ਵੀ ਨਹੀਂ, ਪਰ ਮੈਂ ਤੁਹਾਡੀ ਗੱਡੀ ਚਾਰਜਰ ਲਵਾਇਆ। ਮੇਰੀ ਗੱਡੀ 'ਚ ਵਾਈਫਾਈ ਵੀ ਨਹੀਂ, ਪਰ ਮੈਂ ਤੁਹਾਡੀ ਗੱਡੀ 'ਚ ਵਾਈਫਾਈ ਲਵਾਇਆ। ਪਹਿਲਾਂ ਸੁਣ ਲਓ, ਫਿਰ मैं तजिया करना। मेरी गाड़ी में वाईफाई नहीं है, अवाम की गाड़ी में मैंने वाईफाई लगवाया है। मेरी गाड़ी सीसीटीवी मॉनिटर्ड नहीं है। अवाम के लिए, मेरी बहनों, बेटियों, माओं के लिए जो गाड़ियां हैं वो सीसीटीवी मॉनिटर्ड हैं। मेरी गाड़ी में अगर मेरे मोबाइल की या मेरे आईपैड की बैटरी खत्म हो जाती है तो मेरे पास चार्जर नहीं है। अवाम की गाड़ी में मैंने वो चार्जर लगवाया है। ਸੁਣ ਲਿਆ ਜੇ। ਇਹ ਹੁਣ ਬਾਜੀ ਲੋਕਾਂ ਨੂੰ ਜਿਹੜੀਆਂ ਬੱਸਾਂ ਚੱਲ ਰਹੀਆਂ ਨੇ ਉਹਦੇ ਬਾਰੇ ਦੱਸ ਰਹੀ ਹੈ ਵੀ ਉਹਦੇ ਚਾਰਜਰ ਵੀ ਲੱਗਾ ਹੈ ਤੇ ਉਹਦੇ 'ਚ ਵਾਈਫਾਈ ਵੀ ਹੈ। ਹੁਣ ਮੈਨੂੰ ਦੱਸੋ ਵੀ ਦੁਨੀਆ ਦੀ ਕਿਹੜੀ ਕਾਰ ਹੈ ਜਿਹਦੇ ਵਿੱਚ ਚਾਰਜਰ ਨਹੀਂ ਹੁੰਦਾ? ਮਤਲਬ ਤੁਸੀਂ ਆਪਣੀ ਚਾਰਜਿੰਗ ਕੇਬਲ ਲਾਉਂਦੇ ਹੋ, ਦੁਨੀਆ 'ਚ ਕਿਹੜੀ ਕਾਰ ਹੈ ਜਿਹਦੇ ਚਾਰਜਿੰਗ ਕੇਬਲ ਲਾਉਣ ਦੀ ਜਗ੍ਹਾ ਨਹੀਂ? ਇੱਕ ਤਾਂ ਪੜ੍ਹੇ ਲਿਖੇ ਨਹੀਂ, ਦੂਜਾ ਇਹਨਾਂ ਨੂੰ ਲੱਗਦਾ ਵੀ ਆਵਾਮ ਮਤਲਬ ਜਾਂ ਤਾਂ ਕੋਈ ਐਸੀ ਚੀਜ਼ ਦਾ ਨਾਂ ਲਵੋ ਨਾ, ਕੋਈ ਤੁਸੀਂ ਆਬਦੋਜ਼ ਦਾ ਨਾਂ ਲਵੋ। ਲੋਕਾਂ ਨੂੰ ਨਹੀਂ ਪਤਾ ਵੀ ਆਬਦੋਜ਼ ਇਹ ਤੁਹਾਡੀ ਉਹੀ ਗੱਡੀ ਹੈ ਜਿਹਦੇ ਤੁਸੀਂ ਪੌਣੇ 3 ਕਰੋੜ ਦੇ ਟਾਇਰ ਪਵਾਏ ਸਨ ਤੇ ਤੂੰ ਭੈਣ ਮੇਰੀ ਇਹ ਚਾਰਜ ਬੈਂਕ ਲੈ ਲੈ ਕੋਈ 200 ਰੁਪਈਏ ਦਾ, ਉਹ ਵੀ ਆਵਾਮ ਭਰ ਦੇਗੀ ਜਿੱਥੇ ਪੌਣੇ 3 ਕਰੋੜ ਦੇ ਟਾਇਰ ਲੈ ਦਿੱਤੇ ਸਨ ਤੈਨੂੰ। ਤਾਂ ਝੂਠੇ ਕਿੰਨੇ ਨੇ ਕਿ ਆਂਦੀ ਹੈ ਕਿ ਅੱਛਾ ਤੁਸੀਂ ਵਾਈਫਾਈ ਕੀ ਕਰਨੀ ਗੱਡੀ ਜਦੋਂ ਤੁਹਾਡੇ ਆਪਣੇ ਫੋਨ ਦੇ ਵਿੱਚ ਹੀ ਡਾਟਾ ਲੱਗਾ ਹੋਇਆ। ਬੱਸਾਂ 'ਚ ਤੇ ਹਰ ਜਗ੍ਹਾ 'ਤੇ ਵਾਈਫਾਈ ਹੁੰਦਾ ਹੈ। ਦੁਨੀਆ 'ਚ ਕੋਈ ਅਨੋਖਾ ਪਾਕਿਸਤਾਨ 'ਚ ਨਹੀਂ ਲੱਗ ਰਿਹਾ, ਹਰ ਜਗ੍ਹਾ 'ਤੇ ਹੀ ਹੈ। ਕੋਈ ਜ਼ਿਆਦਾ ਪੈਸੇਂਜਰ ਬਹਿੰਦੇ ਨੇ ਤਾਂ ਚਲੋ ਵਾਈਫਾਈ ਉੱਥੇ ਇਸਤੇਮਾਲ ਹੋ ਜਾਂਦਾ। ਹੁਣ ਕਾਰਾਂ ਦੇ ਵਿੱਚ ਵਾਈਫਾਈ ਹੈ, ਕਈ ਜਗ੍ਹਾ 'ਤੇ ਹੁੰਦਾ ਹੈ, ਲੋਕਾਂ ਨੇ ਉਹਦੇ 'ਚ ਵੀ ਵਾਈਫਾਈ ਦਾ ਸਿਸਟਮ ਹੈ, ਲੇਕਿਨ ਤੁਹਾਡੇ ਆਪਣਾ ਜਦੋਂ ਸਿਸਟਮ ਚੱਲ ਰਿਹਾ ਤੁਹਾਡੇ ਫੋਨਾਂ ਦਾ, ਤੇ ਫਿਰ ਤੁਸੀਂ ਉੱਥੇ ਵਾਈਫਾਈ ਕੀ ਕਰਨਾ? ਲੇਕਿਨ ਲੋਕਾਂ ਨੂੰ ਵੇਖੋ ਬੇਵਕੂਫ ਬਣਾ ਰਹੇ ਨੇ ਕਿ ਮੇਰੀ ਗੱਡੀ ਚਾਰਜਰ ਨਹੀਂ। ਹੁਣ ਮੈਂ ਤਾਂ ਸਮਝ ਆ ਬਾਜੀ ਦੀ ਗੱਡੀ ਚੱਲਦੀ ਵੀ ਹੈ ਕਿ ਨਹੀਂ, ਉਹਦੀ ਬੈਟਰੀ ਹੈ ਕਿ ਨਹੀਂ, ਉਹ ਚੱਲੇਗੀ ਵੀ ਕਿ ਨਹੀਂ। ਮਤਲਬ ਲੋਕਾਂ ਨੂੰ ਇਹ ਬਿਲਕੁਲ ਚੇ ਹੀ ਸਮਝਦੇ ਨੇ, ਹੋਰ ਕੁਝ ਨਹੀਂ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।